तक जथेदार हवारे की गल कर रहे हैं, पहले हवारे की वो जिंदगी चैक कर लैन कि जिन्ना चिर वो जेल तोड़न तो बाद उसका जीवन रहा, वो जीवन की भी चैक करो। जे असी जीवन जिवया मेरे से कोई मॉरल क्वेश्चन उठा के देख लो, ठीक है मैं खांदा पींदा पर किसी की मैं इज्जत नहीं लुटता। जवाने दी भैणां मेरे से सवाल उठाउंदियां कि माफी मंगी, ना जट ने कभी माफी मंगी आ ना मंगनी। जगतार सिंह हवारा भी होंदा है जिन्होंने सिमरनजीत मान ने जिन्होंने धड़े ने जथेदार भी मन्निया होया, वो मानते जरूर ने पर ये नहीं देखते कि लोगों के किरदार की है। जगतार सिंह हवारा नूं अकाल तख्त साहब दा जथेदार अपने वल्लों एक ला देना, ਉਹਦੇ ਪਿਛਲੀ ਰਾਜਨੀਤੀ ਕੀ ਹੋ ਸਕਦੀ ਹੈ? तक सिमरनजीत मान का सवाल इस इंसान नूं पता ही नहीं कि बंदी सिंह हुंदे की आ, ये सिर्फ उन्होंने वरतना चाहते हैं। जी लास्ट गल जसवंत सिंह खालड़ा ना कैनेडा च हुई सी, उस तो बाद इंडिया आ गया। प्रकाश सिंह बादल को कुलदीप सिंह वडाला अपना दुख लैके आया पंथ का, उन्होंने बूहां तो मोड़ता। अज किस मूह नाल बंदी सिंघां बारे गल कर रहा, लड़का केस हैगा दिल्ली च, इस चीज की आपां नूं भगवंत मान नूं चीफ मिनिस्टर भगवंत मान नूं कहना पऊगा। ਅੱਜ ਦੀ ਚਰਚਾ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਦੇ ਉੱਤੇ, ਜਿਹੜਾ ਕਿ ਪੰਜਾਬੀ ਲੋਕ ਮਨਾਂ ਦੇ ਵਿੱਚ ਔਰ ਸਿੱਖ ਪੰਥਕ ਇਸ਼ੂਜ਼ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਮੁੱਦਾ ਹੈ। ਉਹਦੇ ਨਾਲ ਜੁੜੇ ਹੋਏ ਕਈ ਅਨਅਨਸਰਡ ਕੁਐਸਚਨਸ ਹੈਗੇ ਆ ਜਿਨ੍ਹਾਂ ਦੇ ਜਵਾਬ ਹਜੇ ਮਿਲਣੇ ਬਾਕੀ ਨੇ। ਮੈਂ ਗੱਲ ਕਰ ਰਹੀ ਹਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ। ਉਸ ਮੁੱਦੇ ਤੇ ਜਿਹੜੀ ਓਵਰ ਪੋਲੀਟੀਸਾਈਜੇਸ਼ਨ, ਜਿਹੜੀ ਇੱਕ ਬੜੀ ਸੌੜੀ ਸਿਆਸਤ ਜਿਹੜੀ ਅਲੱਗ-ਅਲੱਗ ਅਕਾਲੀ ਦਲ ਖੇਡ ਰਹੇ ਨੇ, ਉਹਦੇ ਨਾਲ ਜੁੜੇ ਕੁਝ ਸਵਾਲ ਨੇ ਜਿਨ੍ਹਾਂ ਨੂੰ ਅੱਜ ਆਪਾਂ ਇਸ ਪ੍ਰੋਗਰਾਮ ਸੋਸ਼ਲ ਡਾਇਲੌਗ ਵਿਦ ਮਨਵੀਰ ਕੌਰ ਦੇ ਵਿੱਚ ਰਣਜੀਤ ਸਿੰਘ ਕੁੱਕੀ ਗਿੱਲ ਜੀ, ਬਹੁਤ ਸਤਿਕਾਰਯੋਗ ਰਣਜੀਤ ਸਿੰਘ ਕੁੱਕੀ ਗਿੱਲ, ਜਿਨ੍ਹਾਂ ਨੇ ਖੁਦ ਉਹਨਾਂ ਕੋਲ ਐਕਸਪੀਰੀਅੰਸ ਹੈ। ਅਗਰ ਉਹਨਾਂ ਦੀ ਰਿਹਾਈ ਨਾ ਹੁੰਦੀ ਤਾਂ ਸ਼ਾਇਦ ਉਹ ਵੀ ਇਸ ਬੰਦੀ ਸਿੰਘਾਂ ਦੀ ਲਿਸਟ ਦੇ ਵਿੱਚ ਸ਼ਾਮਿਲ ਹੁੰਦੇ। ਸੋ ਮੈਂ ਸਵਾਲ ਰਣਜੀਤ ਸਿੰਘ ਜੀ ਵੱਲ ਲੈ ਕੇ ਜਾਣ ਤੋਂ ਪਹਿਲਾਂ ਥੈਂਕ ਯੂ ਕਰਦੀ ਹਾਂ ਸਰ ਦਾ, ਕਿਉਂਕਿ ਕਾਫੀ ਬਿਜ਼ੀ ਸੀਗੇ, ਕਾਫੀ ਇੱਕ ਨਿੱਜੀ ਪ੍ਰੋਗਰਾਮ ਦੇ ਵਿੱਚ ਸੀ, ਫਿਰ ਵੀ ਟਾਈਮ ਕੱਢਿਆ। ਧੰਨਵਾਦ ਸਰ। ਥੈਂਕ ਯੂ। It's a pleasure always to me. ਸੇਮ ਹੇਅਰ ਸਰ। ਲੇਕਿਨ ਤੁਸੀਂ ਇਸ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ, ਸਿੱਖ ਪ੍ਰਿਜ਼ਨਰਸ ਦੀ ਰਿਲੀਜ਼ ਤੇ ਜਿਹੜੀ ਅਕਾਲੀ ਦਲ ਦੀ ਪੋਲਿਟਿਕਸ ਚੱਲ ਰਹੀ ਹੈ, ਤੁਹਾਡਾ ਉਹਦੇ ਤੇ ਇਨੀਸ਼ੀਅਲ ਟੇਕ ਕੀ ਹੈ? ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? मेरा ख्याल भी पापा ਨੂੰ ਪਹਿਲੇ ਇਹ ਸੰਦਰਭ ਸਮਝਣਾ ਚਾਹੀਦਾ ਕਿ 23 ਬੰਦੇ ਨੇ, ਉਹਨਾਂ ਵਿੱਚੋਂ 9 ਬੰਦਿਆਂ ਨੂੰ ਉਮਰ ਕੈਦ ਹੋਈ, ਉਹਦੇ ਚੋਂ 7 ਜਿਹੜੇ ਹੈਗੇ ਆ ਬਿਆਨ ਸਿੰਘ ਕਤਲ ਕੇਸ ਵਿੱਚ ਆ ਚੀਫ ਮਿਨਿਸਟਰ ਦੇ, 2 ਬੰਦੇ ਹੈਗਾ ਭੁੱਲਰ ਤੇ 1 ਖਹਿੜਾ, ਜਿਨ੍ਹਾਂ ਤੇ ਕੁਐਸਚਨ ਉੱਠ ਰਿਹਾ ਕਿ ਇਹ ਆਪਣੀ ਉਮਰ ਤੋਂ ਵੱਧ ਜਿਹੜੀ ਕੈਦ ਇਹਨਾਂ ਨੂੰ ਮੁਕਰਰ ਹੋਈ ਸੀ ਉਦੋਂ ਵੱਧ ਇਹ ਉਮਰ ਭੁਗਤ ਚੁੱਕੇ ਆ। ਬਾਕੀ ਜਿਹੜੇ ਬਾਕੀ ਬੰਦੇ ਬਚਦੇ ਨੇ ਇਹਨਾਂ ਤੋਂ ਇਲਾਵਾ, ਉਹ ਅੱਡ-ਅੱਡ ਕੇਸਾਂ ਵਿੱਚ ਉਹਨਾਂ ਨੂੰ ਸਜ਼ਾਵਾਂ ਹੋਈਆਂ ਨੇ। ਵੈਸੇ UAPA ਵਿੱਚ ਹੀ ਹੋਈਆਂ ਨੇ, ਜਾਪਾ ਜਿਹਨੂੰ ਕਹਿੰਦੇ ਆ ਵੀ ਅਨਲੌਫੁਲ ਐਕਟੀਵਿਟੀਜ਼ ਐਕਟ ਹੈਗਾ, ਜਾਂ ਹੋਰ ਕੇਸਾਂ 'ਚ ਹੋਈਆਂ ਨੇ। ਇਹਨਾਂ ਕੇਸਾਂ ਵਿੱਚ ਜਗਤਾਰ ਸਿੰਘ ਹਵਾਰਾ ਵੀ ਹੁੰਦਾ ਹੈਗਾ, ਜਿਹਨੂੰ ਸਿਮਰਨਜੀਤ ਮਾਨ ਨੇ ਜਿਨ੍ਹਾਂ ਨੇ ਧੜੇ ਨੇ ਉਹਨੂੰ ਜਥੇਦਾਰ ਵੀ ਮੰਨਿਆ ਹੋਇਆ। ਉਹ ਮੰਨਦੇ ਜ਼ਰੂਰ ਨੇ ਪਰ ਇਹ ਨਹੀਂ ਦੇਖਦੇ ਕਿ ਲੋਕਾਂ ਦੇ ਕਿਰਦਾਰ ਕੀ ਹੈ। ਮੈਂ ਇਹ ਕਹਿਣਾ ਕਿ ਸਿੱਖਾਂ ਦੀ ਰਿਹਾਈ ਮੰਗੋ, ਰਿਹਾਈ ਹੋਣੀ ਚਾਹੀਦੀ ਆ। ਜੇ ਤੁਸੀਂ ਆਪਣੀ ਉਮਰ ਕੈਦ ਤੋਂ ਭੁਗਤ ਸਕਦੇ ਆ, ਰਿਹਾਈ ਹੋਵੇ, ਪਰ ਪਹਿਲੇ ਇਹ ਡਿਫਾਈਨ ਕਰ ਦਿਓ ਕਿ ਇਹ ਸਾਰੇ ਸਿੱਖ ਜਿਹੜੇ ਵੀ ਇਹ ਬ੍ਰੈਕਟ ਕਰਦੇ ਨੇ, ਕਿਉਂਕਿ ਢੀਂਡਸਾ ਸਾਹਿਬ ਕੋਈ ਹੋਰ ਲਿਸਟ ਦਿੰਦੇ ਨੇ, ਜਿਹੜਾ ਸਰਦੇਵ ਸਿੰਘ ਢੀਂਡਸਾ ਹੈਗਾ ਅਕਾਲੀ ਦਲ ਦਾ, ਉਹ ਹੋਰ ਲਿਸਟ ਦਿੰਦੇ ਨੇ। ਸੁਖਬੀਰ ਸਿੰਘ ਬਾਦਲ ਹੋਣਾ ਦੀ ਜਿਹੜੀ ਕਮੇਟੀ ਆ ਉਹ ਲਿਸਟ ਕੋਈ ਡਿਫਰੈਂਟ ਹੁੰਦੀ ਆ। ਪਹਿਲੇ ਤਾਂ ਇਹਦੇ ਵਿੱਚ ਤਾਲਮੇਲ ਹੋਣਾ ਚਾਹੀਦਾ ਕਿ ਲਿਸਟ ਹੈ ਕਿਹੜੀ, ਕਿਉਂਕਿ ਹੁਣ ਤੱਕ ਇਹਨਾਂ ਨੇ ਸਿੱਖ ਸੰਘਰਸ਼ ਵਾਲੇ ਬੰਦਿਆਂ ਨੂੰ ਪਛਾਣਿਆ। ਮੈਂ ਕੱਲ ਮਨਵੀਰ ਜਦੋਂ ਚੰਡੀਗੜ੍ਹ ਆ ਰਿਹਾ ਸੀ, ਮੈਂ ਕਿਸੇ ਢਾਬੇ ਤੇ, ਉਹ ਬੰਦਾ ਮੇਰਾ ਪਾਸ਼ਕ ਸੀਗਾ, ਕੈਪਟਨ ਢਾਬਾ ਹੈਗਾ, ਮੈਂ ਉੱਥੇ ਰੁਕਿਆ। ਉਹ ਜਟਾਣਾ ਫੈਮਿਲੀ ਨਾਲ ਜੁੜੇ ਹੋਏ, ਉਹ ਕਹਿੰਦਾ ਕਿ ਮੇਰੇ ਢਾਬੇ ਵਿੱਚ ਕੰਸਟਰਕਸ਼ਨ ਜਟਾਣਾ ਬਲਵਿੰਦਰ ਜਟਾਣਾ ਦੇ ਭਰਾ ਨੇ ਕੀਤੀ ਆ। ਉਹਨਾਂ ਦਾ ਪਰਿਵਾਰ ਅੱਜ ਵੀ ਰੁਲ ਰਿਹਾ, ਅੱਜ ਵੀ ਰੁਲ ਰਿਹਾ ਉਹਨਾਂ ਦਾ ਪਰਿਵਾਰ।
ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਲਈ ਬਲਵਿੰਦਰ ਦੀ ਬਾਹਰੋਂ ਕੈਨੇਡਾ ਚੋਂ ਕਿਸੇ ਸਿੱਖ NRI ਨੇ ਮਦਦ ਕੀਤੀ ਆ। ਆਪਾਂ ਖੜੇ ਕਿੱਥੇ ਆ? ਆਪਣੀ SGPC ਹੈ ਕਿੱਥੇ? ਆਪਾਂ ਇਸ਼ੂ ਦਾ ਠਾ ਲੈਂਦੇ ਹਾਂ ਬੰਦੀ ਸਿੰਘਾਂ ਦੀ ਰਿਹਾਈ ਦਾ, ਜਿਹੜੇ ਇੱਕ ਬਹੁਤ ਘਿਨਾਉਣਾ ਦੌਰ ਨਿਕਲਿਆ 1980 ਚੋਂ ਲੈ ਕੇ 1994 ਤੱਕ, ਜਿਹਦੇ ਜਸਵੰਤ ਸਿੰਘ ਖਾਲੜੇ ਹੁਣੇ ਵਰਗੇ ਵੀ ਪੈਰਿਸ਼ ਹੋਏ। ਮੇਰੀ ਲਾਸਟ ਗੱਲ ਜਸਵੰਤ ਸਿੰਘ ਖਾਲੜਾ ਨਾਲ ਕੈਨੇਡਾ 'ਚ ਹੋਈ ਸੀ, ਉਸ ਤੋਂ ਬਾਅਦ ਉਹ ਇੰਡੀਆ ਆ ਗਿਆ। ਮਤਲਬ ਕਿ ਇੱਦਾਂ ਦੇ ਦੁੱਖ ਨੇ ਕਿ ਆਪਣੇ ਕੋਲੇ ਦੱਸਣ ਲਈ ਕੋਈ ਵਾਇਆ ਮੀਡੀਆ ਨਹੀਂ ਬਣਿਆ। ਜਿਹੜੀਆਂ ਸੰਸਥਾਵਾਂ ਆਈਆਂ, ਜੇ ਪ੍ਰਕਾਸ਼ ਸਿੰਘ ਬਾਦਲ ਕੋਲੇ ਕੁਲਦੀਪ ਸਿੰਘ ਵਡਾਲਾ ਆਪਣਾ ਦੁੱਖ ਲੈ ਕੇ ਆਇਆ ਪੰਥ ਦਾ, ਉਹਨੂੰ ਉਹਨਾਂ ਨੇ ਬੂਹਾਂ ਤੋਂ ਮੋੜਤਾ। ਅੱਜ ਕਿਸ ਮੂੰਹ ਨਾਲ ਬੰਦੀ ਸਿੰਘਾਂ ਬਾਰੇ ਗੱਲ ਕਰ ਰਿਹਾ, ਜਦੋਂ 2009 ਚ ਭਾਵੇਂ ਸੁਖਬੀਰ ਬਾਦਲ ਮੈਨੂੰ ਕਾਲਜ ਦਾ ਜਾਣਦਾ, 2009 ਚ ਜਦੋਂ ਉਹਨੂੰ ਪੁੱਛਿਆ ਗਿਆ ਸੀ ਵੀ ਕੁੱਕੀ ਗਿੱਲ ਦੀ ਰਿਹਾਈ ਦਾ ਮਸਲਾ ਚੱਲ ਰਿਹਾ, ਕਹਿੰਦਾ ਹੂ ਇਜ਼ ਕੁੱਕੀ ਗਿੱਲ। ਤੁਸੀਂ ਇਹਨਾਂ ਤੋਂ ਮਨਵੀਰ ਕੀ ਆਸ ਕਰਦੇ? ਇਹਨਾਂ ਨੂੰ ਪਤਾ ਹੀ ਨਹੀਂ ਕਿ ਸੰਜੀਦਗੀ ਕੀ ਹੈ। ਸਿਮਰਨਜੀਤ ਮਾਨ ਵਰਗਿਆਂ ਤੇ ਸਿੱਧੇ ਦੋਸ਼ ਲੱਗ ਰਹੇ ਨੇ ਐਨਕਾਊਂਟਰਸ ਦੇ। ਅੱਜ ਉਹ ਪਰਿਵਾਰ ਵੀ ਬੋਲ ਰਹੇ ਨੇ ਕਿ ਕਿਵੇਂ ਸਾਡਾ ਹੱਥ ਪੈਰ ਬੰਨ੍ਹ ਕੇ ਇਹਨੇ ਗੋਲੀਆਂ ਮਾਰੀਆਂ। ਇਹ ਕਹਿ ਰਹੇ ਨੇ ਕਿ ਸਾਡੇ ਸਰੋਪਾ ਦੇਣ ਕਰਕੇ, ਸਾਡੇ ਨਾਨੇ ਕਰਕੇ ਬੰਬਾਰੀ ਰੁਕੀ। ਬੰਬਾਰੀ ਨਹੀਂ ਰੁਕੀ, ਤੁਸੀਂ ਇਤਿਹਾਸ ਖੋਲ ਕੇ ਦੇਖੋ, ਬੰਬਾਰੀ ਨਹੀਂ ਰੁਕੀ। ਜਨਰਲ ਡਾਇਰ ਨੇ ਬੰਬਾਰੀ ਕੀਤੀ ਆ, ਆਪਣੇ ਸਿੱਖ ਮਾਰੇ, ਆਪਣੇ ਪੰਜਾਬੀ ਮਾਰੇ। ਜਿਹੜੇ ਇਤਿਹਾਸ ਦਾ ਅੱਜ ਇਹ ਉਲੰਘਣ ਕਰ ਰਹੇ ਆ, ਉਹਦਾ ਨੈਰੇਟਿਵ ਕਰ ਰਹੇ ਆ। ਸ਼੍ਰੋਮਣੀ ਅਕਾਲੀ ਦਲ ਨੂੰ ਕਹਿਣਾ ਪਊਗਾ ਕਿ ਸਾਡੇ ਤੋਂ ਗਲਤੀਆਂ ਹੋਈਆਂ ਨੇ। ਹੁਣ ਇਹ ਇਸ਼ੂ ਜਿਸ ਤਰ੍ਹਾਂ ਉਠਾ ਰਹੇ ਨੇ, ਇਹ ਬੇਤਰਤੀਬਾ ਇਸ਼ੂ ਉਠਾ ਰਹੇ ਨੇ। ਉਹਨਾਂ ਚੋਂ 9 ਬੰਦਿਆਂ ਦੀ ਸਿਰਫ ਰਿਹਾਈ ਬਣਦੀ ਆ। ਜਿਹੜੇ 7 ਬੇਅੰਤ ਸਿੰਘ ਜਿਹਨਾਂ ਚੀਫ ਮਿਨਿਸਟਰ ਪੰਜਾਬ ਵਾਲੇ, ਉਹ ਆਪਣੀ ਉਮਰ ਤੋਂ ਵੱਧ ਕੈਦ ਭੁਗਤ ਚੁੱਕੇ ਆ। ਤੇ 2 ਭੁੱਲਰ ਤੇ ਖਹਿਰੇ ਦਾ ਕੇਸ ਹੈਗਾ ਕਰਨਾਟਕਾ ਦਾ, ਭੁੱਲਰ ਦਾ ਕੇਸ ਹੈਗਾ ਦਿੱਲੀ 'ਚ। ਇਸ ਚੀਜ਼ ਦੀ ਆਪਾਂ ਨੂੰ ਭਗਵੰਤ ਮਾਨ ਨੂੰ, ਚੀਫ ਮਿਨਿਸਟਰ ਭਗਵੰਤ ਮਾਨ ਨੂੰ ਕਹਿਣਾ ਪਊਗਾ ਕਿ ਬੀਂਗ ਚੀਫ ਮਿਨਿਸਟਰ ਪੰਜਾਬ, ਇਹਦਾ ਇਨੀਸ਼ੀਏਟਿਵ ਲੈਣਾ ਚਾਹੀਦਾ। ਆਈ ਥਿੰਕ ਵੀ ਹੈਵ ਟੂ ਹਿਸਟਰੀ ਨੂੰ ਜੋ ਹੋ ਚੁੱਕਿਆ ਉਹਨੂੰ ਰੀਰਾਈਟ ਕਰਨਾ ਪਊਗਾ। ਆਪਾਂ ਨੂੰ ਜਿਹੜੀ ਗ੍ਰੀਵੈਂਸਿਸ ਹੈਗੇ ਨੇ, ਅਸੀਂ ਸਜ਼ਾ ਭੁਗਤ ਚੁੱਕੇ ਆ। ਜੇ ਮੈਂ ਵੀ ਸਜ਼ਾ ਭੁਗਤੀ ਸੀ, ਮੇਰੇ ਵਿੱਚ ਡਿਫਰੈਂਟ ਸਰਕਮਸਟੈਂਸਿਸ ਅਵਾਰਡ ਸੀ। ਬੜੇ ਇੱਦਾਂ ਦੇ ਕਮਲਦੀਪ ਵਰਗੇ ਰਾਜੋਆਣੇ ਦੀਆਂ ਭੈਣਾਂ ਮੇਰੇ ਤੇ ਸਵਾਲ ਉਠਾਉਂਦੀਆਂ ਕਿ ਮਾਫੀ ਮੰਗੀ। ਨਾ ਜੱਟ ਨੇ ਕਦੀ ਮਾਫੀ ਮੰਗੀ ਆ, ਨਾ ਮੰਗਣੀ। ਅੱਜ ਵੰਤਿਕਾ ਮਾਕਣ ਜਿਉਂਦੀ ਆ, ਇੱਥੇ ਪੰਚਕੂਲਾ 'ਚ ਰਹਿੰਦੀ ਆ। ਉਹਨੂੰ ਪੁੱਛ ਕੇ ਦੇਖ ਲਿਓ ਕਿ ਨਾ ਅਸੀਂ ਕਦੀ ਕਿਸੇ ਤੋਂ ਮਾਫੀ ਮੰਗੀ ਆ, ਨਾ ਮੰਗਣੀ। ਮੈਂ ਤਾਂ ਜੇਲ੍ਹ ਵਾਲਿਆਂ ਨੇ ਜ਼ੋਰ ਲਾ ਲਿਆ ਕਿ ਤੁਹਾਨੂੰ ਮਾਫੀ ਪਾਵਾਂ ਲਿਖ ਕੇ ਦੇਣਾ ਪਊਗਾ। ਮੈਨੂੰ ਦਿੱਲੀ ਕ੍ਰਾਈਮ ਪੁਲਿਸ ਨੇ ਜ਼ੋਰ ਲਾ ਲਿਆ ਕਿ ਤੁਸੀਂ ਕਨਫੈਸ਼ਨ ਕਰੋ, ਤੁਹਾਡੇ ਸੁਖਦੇਵ ਸਿੰਘ ਹੁਣੀ ਆਹ ਕਹਿ ਰਹੇ ਆ, ਹਰਜਿੰਦਰ ਸਿੰਘ ਜਿੰਦਾ ਆਹ ਕਹਿ ਰਿਹਾ, ਦਲਜੀਤ ਸਿੰਘ ਬਿੱਟੂ ਆਹ ਕਹਿ ਰਿਹਾ। ਮੈਂ ਕਿਹਾ ਜੋ ਮਰਜ਼ੀ ਕਹਿਣ, ਮੈਂ ਨਹੀਂ ਕਹਿੰਦਾ। ਇਹ ਚੀਜ਼ਾਂ ਸਪਸ਼ਟ ਕਰਨੀਆਂ ਪੈਣੀਆਂ, ਤਾਂ ਆਪਾਂ ਉਸ ਮਕਾਮ ਤੇ ਮੰਜ਼ਿਲ ਪਹੁੰਚ ਸਕਾਂਗੇ। ਤਾਂ ਹੀ ਆਪਾਂ ਨੂੰ ਦੀ ਜੇ ਰਾਜੀਵ ਗਾਂਧੀ ਕੇਸ ਵਿੱਚ ਰਿਹਾਈ ਹੋਈ ਆ ਤਾਂ ਤਾਮਿਲ ਲੋਕਾਂ ਨੇ ਉਹਦੇ ਨਾਲ ਖੜੇ ਆ। ਜੀ ਸਰਕਾਰ ਦੀ ਵੀ ਸਪੋਰਟ ਸੀ। ਹਾਂ, ਤਾਮਿਲ ਗਵਰਨਮੈਂਟ ਵੀ ਖੜੀ ਹੈ, ਤਾਮਿਲਨਾਡੂ ਦੀ ਗਵਰਨਮੈਂਟ ਵੀ ਖੜੀ ਹੈ। ਤੇ ਅਲਟੀਮੇਟਲੀ ਸੁਪਰੀਮ ਕੋਰਟ ਨੂੰ ਉਹ ਮੰਨਣਾ ਹੈ। ਜੀ ਕੁੱਕੀ ਗਿੱਲ ਜੀ, ਲੇਕਿਨ ਅਗਰ ਆਪਾਂ ਅਕਾਲੀ ਦਲਾਂ ਨੂੰ ਦੇਖੀਏ ਤਾਂ ਵਾਰੋ ਵਾਰੀ ਬਣ ਕੇ ਇਹ ਕਿਤੇ ਝੰਡੀਆਂ ਲੈ ਕੇ ਖੜੇ ਹੋ ਜਾਂਦੇ ਨੇ, ਗਾਣੇ ਗਾਉਂਦੇ ਨੇ। ਕੀ ਇਹ ਸਫੀਸ਼ੀਐਂਟ ਹੈ? ਪਹਿਲਾ ਸਵਾਲ ਤਾਂ ਇਹ ਹੈ। ਦੂਸਰਾ ਸਵਾਲ ਇੱਥੇ ਇਹ ਵੀ ਹੈ ਕਿ ਕੀ ਆਪਾਂ ਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਨੂੰ ਸਭ ਤੋਂ ਪਹਿਲਾਂ ਤਾਂ ਬੰਦੀ ਸਿੰਘਾਂ ਨੂੰ ਪਰਿਭਾਸ਼ਿਤ ਕਰਨ ਦੀ ਜ਼ਰੂਰਤ ਆ, ਉਹਨਾਂ ਦੀ ਇੱਕ ਠੋਸ ਡੈਫੀਨੇਸ਼ਨ, ਪਰਿਭਾਸ਼ਾ ਦੇਣ ਦੀ ਜ਼ਰੂਰਤ ਆ, ਤਾਂ ਕਿ ਆਪਣੇ ਬੱਚਿਆਂ ਨੂੰ ਵੀ ਪਤਾ ਲੱਗ ਸਕੇ ਕਿ ਬੰਦੀ ਸਿੰਘ ਹੈ ਕੌਣ ਨੇ।
ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਗਰ ਆਪਾਂ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਜਿੰਨੀ ਦੇਰ ਪਾਵਰ 'ਚ ਰਿਹਾ, ਮੈਨੂੰ ਨਹੀਂ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਐਕਟਸ ਨੂੰ ਸਪੋਰਟ ਕੀਤਾ ਹੋਏਗਾ। ਮੈਨੂੰ ਲੱਗਦਾ ਨਿੱਜੀ ਤੌਰ ਤੇ ਮੇਰਾ ਮੰਨਣਾ ਹੈ, ਜਿੰਨਾ ਕਿ ਮੈਂ ਪੜ੍ਹੀ ਹਾਂ, ਕਿ ਪ੍ਰਕਾਸ਼ ਸਿੰਘ ਬਾਦਲ ਹੋ ਸਕਦਾ ਉਹਨਾਂ ਦੇ ਉਹ ਜਿਹੜੇ ਐਕਟ ਬੰਦੀ ਸਿੰਘ ਜਿਹੜੇ ਹੈਗੇ ਨੇ, ਅੱਜ ਉਹਨਾਂ ਦੇ ਪੂਰੇ ਟਰਾਇਲ ਚੱਲੇ ਨੇ, ਜੋ ਉਹਨਾਂ ਤੋਂ ਉਸ ਸਮੇਂ ਘਟਨਾਕ੍ਰਮ ਹੋਏ ਆ, ਉਹਨਾਂ ਦੇ ਖਿਲਾਫ ਹੀ ਹੋਣਗੇ। ਪ੍ਰਕਾਸ਼ ਸਿੰਘ ਬਾਦਲ ਸਹਿਮਤ ਨਹੀਂ ਹੋਣਗੇ। ਸੋ ਪਰਿਭਾਸ਼ਿਤ ਤੱਕ ਨਹੀਂ ਕੀਤਾ ਗਿਆ। ਔਰ ਦੂਸਰੀ ਗੱਲ, ਗਿਣਤੀ ਤੱਕ ਸਾਨੂੰ ਆਪਾਂ ਅਗਰ ਸਿੱਖ ਸੰਗਤ ਕਹਿ ਲਈਏ ਜਾਂ ਪੰਜਾਬੀ ਲੋਕ ਮਨਾਂ 'ਚ ਕਹਿ ਲਈਏ ਜਾਂ ਪੂਰੇ ਇੰਡੀਆ ਦੇ ਔਰ ਸਿੱਖ ਡਾਇਸਪੋਰਾ ਦੇ ਸਿਟੀਜ਼ਨਸ ਨੂੰ ਕਹਿ ਲਈਏ, ਸਾਨੂੰ ਗਿਣਤੀ ਤੱਕ ਦੀ ਅਵੇਅਰਨੈਸ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਸੰਯੁਕਤ ਢੀਂਡਸਾ ਵਾਲੇ ਉਹ ਕਹਿੰਦੇ ਨੇ ਕਿ 20 ਕੈਦੀ ਨੇ, ਸੁਖਬੀਰ ਸਿੰਘ ਬਾਦਲ ਇੱਕ ਪ੍ਰੈਸ ਕਾਨਫਰੰਸ 'ਚ ਕਹਿੰਦੇ ਨੇ 50 ਕੈਦੀ ਨੇ, ਸਿਮਰਨਜੀਤ ਸਿੰਘ ਮਾਨ ਹੋਣਾ ਦੀ ਕੋਈ ਕਲੈਰਿਟੀ ਨਹੀਂ ਹੈ। ਸੋ ਪਰਿਭਾਸ਼ਾ ਤੇ ਗਿਣਤੀ ਇਹਦਾ ਇਹ ਕੌਣ ਤੈਅ ਕਰੇਗਾ ਜੀ? ਮੈਂ ਨਾ ਜਦੋਂ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਿਆ, ਉਹ ਮੈਨੂੰ ਹਮੇਸ਼ਾ ਇਹ ਕਹਿੰਦੇ ਨੇ ਕਿ ਮੇਰੇ ਨਾਲ ਤੂੰ ਸਮਾਂ ਕੱਢੀ, ਮੈਂ ਤੇਰੇ ਤੋਂ ਜਾਣਨਾ ਚਾਹੁੰਦਾ ਵੀ ਮੈਂ ਵੀ ਜੇਲਾਂ ਕੱਟੀਆਂ ਨੇ, ਤੂੰ ਵੀ ਜੇਲਾਂ ਕੱਟੀਆਂ ਨੇ, ਕਿ ਆਪਾਂ ਮਿਲ ਕੇ ਇਸ ਬਾਰੇ ਮੈਂ ਤੇਰੇ ਤੋਂ ਸੁਣਨਾ ਚਾਹੁੰਦਾ ਕਿ ਤੇਰੀ ਕੀ ਪਰਿਭਾਸ਼ਾ। ਇਹਨਾਂ ਨੇ ਕਦੀ ਸਾਡੇ ਤੋਂ ਪਰਿਭਾਸ਼ਾ ਸੁਣੀ ਨਹੀਂ। ਮੈਂ ਬੜਾ, ਮੇਰੇ ਨਾਲ ਰਿਹਾ ਸੁਖਬੀਰ ਬਾਦਲ, ਮੇਰੇ ਨਾਲ ਦੇ ਸੰਬੰਧ ਰਹੇ ਆ, ਮੈਂ ਅੱਜ ਵੀ ਸੰਬੰਧ ਨੇ। ਮੈਂ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਪਹਿਲੇ ਇਸ਼ੂ ਉਠਾਉਣ ਤੋਂ ਪਹਿਲੇ ਇਸ਼ੂਆਂ ਦੀ ਗੰਭੀਰਤਾ ਲੈ ਲਓ। ਪਹਿਲੇ ਇਹ ਡਿਫਰੈਂਸ਼ੀਏਟ ਕਰੋ ਕਿ ਜਿਹੜੇ ਜਿਨ੍ਹਾਂ ਦੀ ਮੰਗ ਕਰ ਰਹੇ ਆ, ਕੋਈ ਢੀਂਡਸਾ ਅੱਡ ਕਮੇਟੀ ਦੀ ਆ ਰਹੀ ਆ ਲਿਸਟ, ਇਹਨਾਂ ਦੀ ਅੱਡ ਆ ਰਹੀ ਆ, ਪਹਿਲੇ ਇਹ ਪਰਿਭਾਸ਼ਾ ਕਰੋ ਕਿ ਕਿਹੜੇ ਸਿੱਖ ਸਟਰਗਲ ਨਾਲ ਸੰਬੰਧਿਤ ਬੰਦੇ ਨੇ। ਕਿਉਂਕਿ ਨਿੱਜੀ ਕ੍ਰਾਈਮਸ ਕਰਕੇ ਵੀ ਉਸ ਸਮੇਂ 'ਚ ਬੰਦੇ ਬੰਦ ਹੋਏ। ਮੈਂ ਨਹੀਂ ਉਹਨਾਂ ਦੀ ਸਪੋਰਟ ਕਰਦਾ ਜਿਨ੍ਹਾਂ ਨੇ ਇਨੋਸੈਂਟ ਬੰਦੇ ਮਾਰੇ ਆ। ਹਾਂ, ਭੁੱਲਰ ਦਾ ਕੇਸ ਡਿਫਰੈਂਟ ਆ। ਭੁੱਲਰ ਇੱਕ ਇਨੋਸੈਂਟ ਬੰਦਾ, ਉਹ ਫਸਿਆ, ਉਹ ਬੰਦੇ ਦੀ ਰਿਹਾਈ ਹੋਣੀ ਚਾਹੀਦੀ ਆ। ਮੈਨੂੰ ਖਹਿਰੇ ਦੇ ਕੇਸ ਬਾਰੇ ਪਤਾ ਨਹੀਂ, ਪਰ ਖਹਿਰੇ ਦੇ ਕੇਸ ਬਾਰੇ ਵਿਵਾਦ ਉੱਠ ਰਹੇ ਨੇ, ਕਿਉਂਕਿ ਉਹ ਹੋ ਸਕਦਾ ਕਿ ਉਹ ਸਿੱਖ ਸਟਰਗਲ ਤੋਂ ਵੱਖਰਾ ਇੱਕ ਕੇਸ ਸੀਗਾ। ਜੇ ਜਿੱਥੋਂ ਤੱਕ ਜਥੇਦਾਰ ਹਵਾਰੇ ਦੀ ਗੱਲ ਕਰ ਰਹੇ ਆ, ਪਹਿਲੇ ਹਵਾਰੇ ਦੀ ਉਹ ਜ਼ਿੰਦਗੀ ਚੈੱਕ ਕਰ ਲੈਣ ਕਿ ਜਿੰਨਾ ਚਿਰ ਉਹ ਜੇਲ੍ਹ ਤੋੜਨ ਤੋਂ ਬਾਅਦ ਉਹਦਾ ਜੀਵਨ ਰਿਹਾ, ਉਹ ਜੀਵਨ ਦੀ ਵੀ ਚੈੱਕ ਕਰੋ। ਜੇ ਅਸੀਂ ਜੀਵਨ ਜਿਉਇਆ, ਮੈਂ ਅਮਰੀਕਾ 'ਚ ਵੀ ਰਿਹਾ, ਮੈਂ ਇੰਡੀਆ 'ਚ ਵੀ ਰਿਹਾ, ਮੈਂ ਪੰਜਾਬ 'ਚ ਵੀ ਰਿਹਾ, ਮੇਰੇ ਤੇ ਕੋਈ ਮੋਰਲ ਕੁਐਸਚਨ ਉਠਾ ਕੇ ਦੇਖ ਲਓ। ਠੀਕ ਆ, ਮੈਂ ਖਾਂਦਾ ਪੀਂਦਾ, ਪਰ ਕਿਸੇ ਦੀ ਮੈਂ ਇੱਜ਼ਤ ਨਹੀਂ ਲੁੱਟਦਾ। ਅਸੀਂ ਇੱਜ਼ਤ ਜਿਨ੍ਹਾਂ ਨੇ ਸਾਡੀ ਲੁੱਟੀ ਸੀ, ਦਿੱਲੀ 'ਚ ਲੁੱਟੀ ਸੀ, ਉਹ ਵਰਤੀਕਾ ਮਾਕਰ ਉਹਨਾਂ ਨੇ ਸਮਝੀ ਵੀ ਅਸੀਂ ਕਿਉਂ ਲਲਿਤ ਮਾਕਰ ਉਹਨਾਂ ਨੂੰ ਟਾਰਗੇਟ ਕੀਤਾ, ਕਿਉਂ ਅਰਜਨ ਦਾਸ ਨੂੰ ਜਾਂ ਜਨਰਲ ਵੈਦਿਆ ਨੂੰ ਟਾਰਗੇਟ ਕੀਤਾ। ਆਪਣੇ ਸਿੱਖ ਆਵਾਮ ਨੂੰ ਪਤਾ ਹੋਣਾ ਚਾਹੀਦਾ ਕਿ ਆਪਣੇ ਆਵਾਮ ਦੇ ਵਿੱਚ ਕੌਣ ਹੈਗੇ ਆ ਬੰਦੇ। ਆਪਣਾ ਇਸ਼ੂ ਤਾਂ ਬਣੂਗਾ ਜੇ ਤਾਮਲਾ ਨੇ ਰਾਜੀਵ ਗਾਂਧੀ ਦਾ ਇਸ਼ੂ ਉਠਾਇਆ, ਉਹਨਾਂ ਉਸ ਬੰਦੀਆਂ ਦਾ, ਤਾਂ ਉਹਨਾਂ ਨੇ ਤਹਿ ਦਿਲੋਂ ਉਠਾਇਆ ਪਾਰੀ ਮਿਲਣ ਦਾ। ਹਜੇ ਨੰਦਨੀ ਹੁਣੀ ਜੇਲ੍ਹ 'ਚ ਹੀ ਆ, ਉਹਨਾਂ ਬਾਰੇ ਉਹਨਾਂ ਨੂੰ ਦੁਬਾਰਾ ਮਤਾ ਲੈ ਕੇ ਆਉਣਾ ਪੈਣਾ ਤਾਮਿਲਨਾਡੂ ਅਸੈਂਬਲੀ 'ਚ, ਤਾਂ ਉਹ ਛੁੱਟਣਗੇ, ਤਾਂ ਉਹਨਾਂ ਦੀ ਰਿਹਾਈ ਹੋ। ਆਪਣੀ ਜਦੋਂ ਸੁਖਬੀਰ ਬਾਦਲ ਉਹਨਾਂ ਦੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਸਰਕਾਰ ਰਹੀ, ਕਿ ਇਹਨਾਂ ਨੇ ਕਦੀ ਆਪਣੇ ਸਿੱਖ ਬੰਦੀਆਂ ਬਾਰੇ ਗੱਲ ਕੀਤੀ? ਇਹ ਤਾਂ ਮੇਰੇ ਵਰਗੇ ਨੂੰ ਕਹਿੰਦੇ ਸੀ, ਜਿਹਨੂੰ ਆ ਸਾਡੇ ਨਾਲ ਪਰਿਵਾਰਕ ਸੰਬੰਧ ਸੀਗੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ, ਇਹ ਕਹਿੰਦੇ ਸੀ ਤਾਂ ਜਾਣਦੇ ਨਹੀਂ ਮੁੱਕੀ ਗੱਲ। ਜਦ ਕਿ ਮੇਰੇ ਨਾਲ ਇਹ ਟੈਲੀਫੋਨਿਕ ਕਾਂਟੈਕਟ ਸੀਗਾ ਫਰਮ ਜੇਲ੍ਹ ਐਂਡ ਲੀਡਰ। ਇਹਦਾ ਫੋਨ ਸਰਦਾਰ ਸੁਰੇਸ਼ ਸਿੰਘ ਢੀਂਡਸਾ ਚੱਕਦਾ ਸੀ। ਇਹ 2009 'ਚ ਇਹ ਕਹਿ ਰਿਹਾ ਜਦੋਂ ਮੇਰਾ ਇਸ਼ੂ ਆਇਆ ਰਿਹਾਈ ਲਈ ਕਿ ਮੈਨੂੰ ਜਾਣਦੇ। ਇਹ ਇਹਨਾਂ ਨੂੰ ਇਹ ਕੁਐਸਚਨਸ ਦਾ ਆਨਸਰਸ ਦੇਣਾ। ਕੁੱਕੀ ਗਿੱਲ ਜੀ, ਸਵਾਲ ਇੱਥੇ ਇੱਕ ਇਹ ਵੀ ਉੱਠਦਾ ਹੈ ਕਿ ਅਗਰ ਆਪਾਂ ਭਾਈ ਰਾਜੋਆਣਾ ਨੂੰ ਦੇਖ ਲਈਏ ਤਾਂ ਉਹਨਾਂ ਦੇ ਪੱਤਰ ਆਉਂਦੇ ਨੇ, ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸਪੋਰਟ ਕਰਦੇ ਨੇ ਆਪਣੇ ਪੱਤਰਾਂ ਦੇ ਵਿੱਚ। ਉਹਨਾਂ ਦੀ ਸਿਸਟਰ ਵੀ ਇਲੈਕਸ਼ਨ ਲੜ ਚੁੱਕੇ ਨੇ ਭੈਣ,
ਲੇਕਿਨ ਜਿਹੜੇ ਬਾਕੀ ਦੇ ਬੰਦੀ ਸਿੰਘ ਨੇ ਉਹਨਾਂ ਵੱਲੋਂ ਆਪਣੀ ਸਪੋਰਟ ਕਦੀ ਵੀ ਕਿਸੇ ਅਕਾਲੀ ਦਲ ਦੇ ਲਈ ਓਪਨਲੀ ਦਿੱਤੀ ਨਹੀਂ ਗਈ। ਕੀ ਇੱਥੇ ਆਪਾਂ ਇਹ ਸਮਝ ਸਕਦੇ ਹਾਂ ਕਿ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੇ ਵਿੱਚ ਵੀ ਕਿਹੜੇ ਅਕਾਲੀ ਦਲ ਨੂੰ ਸਪੋਰਟ ਕਰਨਾ ਏਦਾਂ ਦਾ ਪਾੜਾ ਹੈਗਾ? ਮੇਰਾ ਖਿਆਲ ਉਹਨਾਂ ਨੂੰ ਪਾੜਿਆ ਜਾ ਰਿਹਾ। ਜਿੱਥੋਂ ਤੱਕ ਸਿਮਰਨਜੀਤ ਮਾਨ ਦਾ ਸਵਾਲ, ਇਸ ਇਨਸਾਨ ਨੂੰ ਪਤਾ ਹੀ ਨਹੀਂ ਕਿ ਬੰਦੀ ਸਿੰਘ ਹੁੰਦੇ ਕੀ ਆ। ਇਹ ਸਿਰਫ ਉਹਨਾਂ ਨੂੰ ਵਰਤਣਾ ਚਾਹੁੰਦੇ ਨੇ। ਜੇ ਸਾਡਾ ਗੁਰੂ ਗ੍ਰੰਥ ਸਾਹਿਬ ਰੋਲਿਆ ਸੜਕਾਂ ਤੇ, ਜਿਹਦਾ ਕਿ ਮੈਨੂੰ ਨਿੱਜੀ ਦੁੱਖ ਆ, 1984 ਤੋਂ ਬਾਅਦ ਜੇ ਮੈਂ ਆਪਣੇ ਪੈਰਾਂ ਤੇ ਚੱਲਿਆ ਸੀ ਨਾ, ਉਸ ਤੋਂ ਬਾਅਦ ਮੈਨੂੰ ਸਾਰਿਆਂ ਨਾਲੋਂ ਵੱਡਾ ਦੁੱਖ ਜਿਹੜਾ ਦੂਜਾ ਆਇਆ ਉਹ ਮੈਨੂੰ ਬਗਰਾੜੀ ਚ ਆਇਆ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਰੋਲ ਦੇਣਗੇ। ਉਹਦੇ ਬਾਰੇ ਜੋ ਇਕੱਠ ਹੋਇਆ ਚੱਬੇ 'ਚ, ਉਸ ਪਰਿਵਾਰ, ਉਹ ਪੰਥਕ ਪਰਿਵਾਰ ਸੀਗਾ ਜਿਹਦੀ ਜ਼ਮੀਨ ਸੀ। ਉਹਨਾਂ ਨੇ ਆਪਣੀ ਜ਼ਮੀਨ ਆਪਣੇ ਸਰਕਾਰ ਤੋਂ ਬਚਣ ਲਈ ਉਹਨਾਂ ਨੇ ਉਸ ਠੇਕੇ ਤੇ ਦਿੱਤੀ ਵੀ ਤੁਸੀਂ ਲੈ ਲਓ, ਵੀ ਇੱਥੇ ਇਕੱਠ ਕਰੋ। ਉਹ ਪੰਥਕ ਪਰਿਵਾਰ ਆ ਜਿਨ੍ਹਾਂ ਦੀ ਜ਼ਮੀਨ ਸੀ, ਪਰ ਉੱਥੇ ਜਾ ਕੇ ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਆਪਣੀ ਚੌਧਰ ਨੂੰ ਵਡਿਆਈ ਦਿੱਤੀ। ਉੱਥੇ ਇਹਨਾਂ ਨੂੰ ਸਿੱਖ ਬੰਦੀ ਸਿੱਖ ਦਿਖੇ ਨਹੀਂ। ਉਦੋਂ ਸਿੱਖ ਕੌਮ ਇੱਕ ਸੋਚ ਲੱਭ ਰਹੀ ਸੀ ਕਿ ਸਾਨੂੰ ਕੋਈ ਨਵੀਂ ਦਿਸ਼ਾ ਦਿਓ, ਅਸੀਂ ਅਕਾਲੀ ਦਲ ਤੋਂ ਅੱਕ ਚੁੱਕੇ ਹਾਂ, ਸਾਨੂੰ ਕੋਈ ਨਵੀਂ ਸੋਚ। ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਜਥੇਦਾਰ ਸਾਹਿਬ ਤੇ ਅੱਜ ਕਿੱਥੇ ਨੇ ਮੰਡ, ਕਿੱਥੇ ਨੇ ਦਾਦੂਵਾਲ, ਕਿੱਥੇ ਨੇ ਅਜਨਾਲਾ, ਮੈਨੂੰ ਅੱਜ ਐਕਸਪਲੇਨ ਕਰ। ਤੁਸੀਂ ਗੱਲ ਕੀ ਕਰਦੇ? ਜਦੋਂ ਬੰਦੀ ਸਿੰਘਾਂ ਦਾ ਇਸ਼ੂ ਆਉਂਦਾ, ਬੜਾ ਜੈਨੂਅਨ ਇਸ਼ੂ ਆ। ਜੇ ਤਾਮਿਲਨਾਡੂ ਗਵਰਨਮੈਂਟ ਆਪਣਾ ਰਾਜੀਵ ਗਾਂਧੀ ਕਤਲ ਕੇਸ ਵਿੱਚ ਬੰਦਾ ਛਡਾ ਸਕਦੀ ਆ, ਸਾਡੇ ਸਿੱਖਾਂ ਨੇ, ਭੁੱਲਰ ਵਰਗਿਆਂ ਨੇ, ਵਿਚਾਰਿਆਂ ਨੇ ਬਹੁਤ ਲੰਮੀਆਂ ਸਜ਼ਾਵਾਂ ਕੱਟ ਚੁੱਕੀਆਂ ਨੇ। ਮਨਿੰਦਰ ਬਿੱਟੇ ਵਰਗਿਆਂ ਨੂੰ ਸਮਝਣਾ ਚਾਹੀਦਾ ਕਿ ਇਹ ਚੀਜ਼ ਮਾਨਵਤਾ ਦਾ ਇਸ਼ੂ ਆ। ਐਵੇਂ ਨਾ ਆਪਣਾ ਇਸ਼ੂ ਬਣਾਈ ਬੈਠ। ਮੈਂ ਕਈ ਵਾਰ ਉਹਨੂੰ ਮਿਲਣ ਦੀ ਕੋਸ਼ਿਸ਼ ਕੀਤੀ ਆ, ਪਰ ਮੇਰੀ ਕੋਸ਼ਿਸ਼ ਉਹ ਕਾਮਯਾਬ ਨਹੀਂ ਹੋਈ। ਜੇ ਮੈਂ ਬੰਤਿਕਾ ਮਾਕੜ ਨੂੰ ਜਿੱਤ ਸਕਦਾ, ਮੇਰਾ ਖਿਆਲ ਆ ਜੇ ਕਦੀ ਮਨਿੰਦਰ ਬਿੱਟਾ ਮੈਨੂੰ ਮਿਲੂਗਾ, ਮੈਂ ਉਹਨੂੰ ਵੀ ਸਮਝਾਊਂਗਾ ਤੂੰ ਪੰਜਾਬ ਦਾ ਬੰਦਾ, ਅੰਮ੍ਰਿਤਸਰ ਦਾ ਤੂੰ ਵਸਨੀਕ ਆ, ਤੂੰ ਆਪਣੇ ਪੰਜਾਬੀਆਂ ਦੇ ਉਲਟ ਕਿਉਂ? ਅਸੀਂ ਕੋਈ ਵੈਰ ਵਿਰੋਧ ਵਾਲੇ ਬੰਦੇ ਨਹੀਂ ਸੀ, ਨਾ ਨਰਿੰਦਰਪਾਲ ਭੁੱਲਰ ਸੀਗਾ। ਇਹ ਇਸ਼ੂ ਸਜਾਉਣੇ ਪੈਣੇ ਆ ਮੰਡੀ, ਇਹ ਸਜਾਉਣੇ ਪੈਣੇ। ਪਰ ਜਿਹੜੇ ਸਜਾਉਣ ਦੀ ਕੋਸ਼ਿਸ਼ ਕਰ ਰਹੇ ਆ, ਉਹਨਾਂ ਦੀਆਂ ਇੰਟੈਂਸ਼ਨਸ ਜਿਹੜੀਆਂ ਪੁਰਾਣੀਆਂ ਨੇ, ਉਹਨਾਂ ਤੇ ਕੁਐਸਚਨਸ ਉੱਠ ਰਹੇ ਕਿ ਪਹਿਲੇ ਉਹਨਾਂ ਦੀਆਂ ਇੰਟੈਂਸ਼ਨਸ ਕੀ ਸੀਗੀਆਂ। ਕਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣੀ ਮੇਰੇ ਤੋਂ ਪੁੱਛ ਰਹੇ ਸੀ ਕਿ ਜੇਲ੍ਹਾਂ ਦੇ ਕੀ ਹਾਲਾਤ ਨੇ, ਕੀ ਕਰਨਾ ਚਾਹੀਦਾ। ਅੱਜ ਉਹ ਜਿਹੜੀਆਂ ਇੰਟੈਂਸ਼ਨਸ ਨੇ ਉਹ ਕਿੱਥੇ ਨੇ? ਇਹ ਨਾ ਇੰਟੈਂਸ਼ਨਸ ਨੂੰ ਵਰਤੋ ਕਿ ਇਹਦੇ ਰਾਹੀਂ ਅਸੀਂ ਆਪਣਾ ਪੋਲੀਟੀਕਲ ਆਵਾਜ਼ ਲੈ ਕੇ ਆਉਣਾ। ਪੋਲੀਟੀਕਲ ਆਵਾਜ਼ ਸਿੱਖ ਕੈਦੀਆਂ ਰਾਹੀਂ ਨਾ ਲੱਭੋ, ਆਪਣਾ ਆਧਾਰ ਪੰਜਾਬ ਰਾਹੀਂ ਲੱਭੋ। So you are certainly not happy with ਅਕਾਲੀ ਪੋਲਿਟਿਕਸ ਦੀ ਅਪਰੋਚ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ। ਅਗਰ ਤੁਸੀਂ ਨਹੀਂ ਖੁਸ਼ ਹੈਗੇ ਤਾਂ ਰਣਜੀਤ ਸਿੰਘ ਜੀ ਹੋਣਾ ਕੀ ਚਾਹੀਦਾ? ਫਿਰ ਕਿਹੜੀ ਅਪਰੋਚ ਵਰਤਣੀ ਚਾਹੀਦੀ ਹੈ? ਮੇਰਾ ਖਿਆਲ ਆਪਾਂ ਨੂੰ ਲੀਗਲ ਇਲੂਮਨਾਈਜ਼ ਲੈ ਕੇ ਆਉਣੇ ਚਾਹੀਦੇ ਆ। ਜੇ ਤਾਮਿਲਨਾਡੂ ਗਵਰਨਮੈਂਟ ਨੇ ਲੀਗਲ ਇਸ਼ੂਜ਼ ਉਠਾਏ ਨੇ, ਉਹਦੇ ਨਾਲ ਰਾਜੀਵ ਗਾਂਧੀ ਇਸ਼ੂ ਦਾ ਰਿਜ਼ੋਲਵ ਕੀਤਾ, ਆਪਾਂ ਨੂੰ ਲੀਗਲ ਆਪਣੇ ਕੋਲ ਰਾਜਵਿੰਦਰ ਸਿੰਘ ਬੈਂਸ ਵਰਗੇ ਨਾਮੀ ਵਕੀਲ ਨੇ, ਨਵਕਿਰਨ ਸਿੰਘ ਵਰਗੇ ਨਾਮੀ ਵਕੀਲ ਨੇ, ਆਪਾਂ ਨੂੰ ਉਹਨਾਂ ਦੀਆਂ ਸੇਵਾਵਾਂ ਨੂੰ ਲੈਣਾ ਚਾਹੀਦਾ। ਆਪਾਂ ਨੂੰ ਉਹਨਾਂ ਨੂੰ ਵਿੱਚ ਲਿਆਉਣਾ ਚਾਹੀਦਾ। ਆਪਾਂ ਉਸ ਨੂੰ ਲੀਗਲ ਪ੍ਰੋਸੈਸ ਤਾਈਂ ਲੈ ਕੇ ਉਹ ਚੀਜ਼ਾਂ ਸਿਮਰਨਜੀਤ ਸਿੰਘ ਮਾਨ ਨੂੰ ਸੰਗਰੂਰ ਤੋਂ ਭੇਜਿਆ ਵੀ ਹੈ ਮੈਂਬਰ ਪਾਰਲੀਮੈਂਟ ਬਣ ਕੇ। ਇਹ ਚੀਜ਼ਾਂ ਉਠਾਉਣੀਆਂ ਚਾਹੀਦੀਆਂ ਤੇ ਸਾਡੇ ਨਾਲ ਕਾਨੂੰਨ ਦੇ ਦੋਹਰੇ ਮਾਪਦੰਡ ਕਿਉਂ? ਕਿਉਂਕਿ ਵੈਸੇ ਮਨਵੀਰ ਜਿਹੜਾ ਇੰਡੀਆ ਹੈਗਾ, ਇਟਸ ਨਾਟ ਏ ਨੇਸ਼ਨ, ਇਟਸ ਏ ਯੂਨੀਅਨ ਆਫ ਸਟੇਟਸ। ਉਹ ਯੂਨੀਅਨ ਆਫ ਸਟੇਟਸ ਦੇ ਵਿੱਚ ਇੱਕ ਯੂਨੀਅਨ ਸਾਡਾ ਪੰਜਾਬ ਵੀ ਹੈ। ਭਾਵੇਂ ਉਸ ਪੰਜਾਬ ਤੋਂ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੀ ਖੋਈ ਜਾ ਰਹੀ ਆ। ਪੰਜਾਬ ਸਾਡੇ ਤੋਂ ਚੰਡੀਗੜ੍ਹ ਵੀ ਅਜੇ ਤੱਕ ਨਹੀਂ ਦਿੱਤਾ। ਸਾਡੇ ਪਾਣੀ ਤੇ ਸਾਡੇ ਡੈਮ ਸੇਫਟੀ ਐਕਟ ਤੱਕ ਜਿਹੜਾ ਭਾਖੜਾ ਸਾਡੇ ਕੋਲੇ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਨੇ ਉਹ ਸਾਡੇ ਹੁਕਮ ਤੋਂ ਬਾਹਰ। ਜੀ ਜੀ, ਇਹ ਪੰਜਾਬ ਦੇ ਬੁਨਿਆਦੀ ਮੁੱਦੇ ਨੇ। ਅਕਾਲੀ ਦਲ ਇਹਨਾਂ ਦੇ ਉੱਤੇ ਆਪਣੀ ਪੋਲਿਟਿਕਸ ਨੂੰ ਖੜੀ ਕਰ ਸਕਦਾ, ਬਟ ਅਕਾਲੀ ਦਲ ਦੀਆਂ ਨਿਰੰਤਰ ਕੋਸ਼ਿਸ਼ਾਂ ਬੰਦੀ ਸਿੰਘਾਂ ਦੇ ਮੁੱਦੇ ਤੇ ਅਲੱਗ ਅਕਾਲੀ ਦਲ ਜਿਹੜੀਆਂ ਨੇ, ਹੁਣ ਸਿਮਰਨਜੀਤ ਸਿੰਘ ਮਾਨ ਹੋਣਾ ਨੇ ਵੀ ਕਿਹਾ ਕਿ 10 ਤਰੀਕ ਨੂੰ ਉਹ ਵੀ ਆਪਣਾ ਧਰਨਾ ਦਿੱਲੀ ਦੇ ਵਿੱਚ ਕਰਨਗੇ, ਔਰ ਸਿਮਰਨਜੀਤ ਸਿੰਘ ਮਾਨ ਨੇ ਪਾਰਲੀਮੈਂਟ ਦੇ ਵਿੱਚ ਇੱਕ ਵਾਰ ਵੀ ਇਸ ਚੀਜ਼ ਨੂੰ ਨਹੀਂ ਉਠਾਇਆ। ਹਾਂ, ਉਹਨਾਂ ਨੇ ਇਹ ਚੀਜ਼ ਉਠਾਈ ਕਿ ਜੱਜ ਜਿਹੜੇ ਆ, ਸਿੱਖ ਜੱਜ ਬਹੁਤ ਘੱਟ ਨੇ ਭਾਰਤ ਦੇ ਵਿੱਚ, ਹੈ ਹੀ ਨਹੀਂ ਆ, ਸੋ ਉਹ ਇੱਕ ਅਲੱਗ ਇਸ਼ੂ ਹੈ। ਰਣਜੀਤ ਸਿੰਘ ਜੀ, ਅਕਾਲੀ ਦਲ ਅਗਰ ਮੰਨ ਲਓ ਸਕਸੈਸਫੁਲ ਹੋ ਵੀ ਜਾਂਦਾ ਹੈ ਤੇ ਭਾਰਤ ਸਰਕਾਰ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰ ਵੀ ਦਿੰਦੀ ਹੈ, ਤਾਂ ਇੱਥੇ ਸਵਾਲ ਆਉਂਦਾ ਹੈ ਕਿ ਅਕਾਲੀ ਦਲ ਜਿਹੜੇ ਆਲਰੇਡੀ ਰਿਲੀਜ਼ ਹੋਏ ਸਾਡੇ ਬੰਦੀ ਸਿੰਘ ਨੇ, ਉਹਨਾਂ ਦਾ ਅਕਾਲੀ ਦਲ ਨੇ ਕੀ ਮਾਣ ਸਤਿਕਾਰ ਕੀਤਾ? ਉਹਨਾਂ ਨੂੰ ਕੀ ਪੰਥ ਦੇ ਵਿੱਚ ਸਪੇਸ ਦਿੱਤੀ ਜਾਂ ਕਿਵੇਂ ਉਹਨਾਂ ਨੂੰ ਓਬਲਾਈਜ ਕੀਤਾ? ਤਾਂ ਇਹਨਾਂ ਦਾ ਜਦੋਂ ਆਪਣੇ ਸਾਹਮਣੇ ਉੱਥੇ ਬਹੁਤ ਚਿਹਰੇ ਆਲਰੇਡੀ ਹੈਗੇ ਨੇ, ਤੁਸੀਂ ਵੀ ਨੇ, ਹੋਰ ਵੀ ਬਹੁਤ ਨੇ, ਉਹਨਾਂ ਨੂੰ ਅਕਾਲੀ ਦਲ ਨੇ ਕਿਤੇ ਪੁੱਛਿਆ ਨਹੀਂ ਹੈ। ਈਵਨ ਆਪਣੀ ਜਿਹੜੀ ਪੰਥਕ ਪੋਲਿਟਿਕਸ ਦਾ ਜਿੱਥੋਂ ਮੁੱਢ ਸ਼ੁਰੂ ਹੁੰਦਾ ਆ, ਸ਼੍ਰੋਮਣੀ ਅਕਾਲੀ ਦਲ ਹੋ ਗਿਆ, ਐਸਜੀਪੀਸੀ ਐਂਡ ਅਕਾਲ ਤਖਤ ਸਾਹਿਬ ਵੀ, ਉਹਨਾਂ ਵੱਲੋਂ ਪੁੱਛਿਆ ਨਹੀਂ ਗਿਆ। ਤਾਂ ਕੀ ਆਪਾਂ ਉਮੀਦ ਕਰੀਏ ਕਿ ਜਿਹੜੇ ਬੰਦੀ ਸਿੰਘ ਰਿਹਾ ਹੋਣਗੇ, ਮੰਨ ਲਓ ਇਹ ਜਿੰਨੇ ਵੀ ਆਪਣੇ 9 ਨੇ, 10 ਨੇ, 20 ਨੇ, ਜਿੰਨਾ ਵੀ ਨੰਬਰ ਹੈ, ਤਾਂ ਇਹਨਾਂ ਨੂੰ ਕੱਲ੍ਹ ਨੂੰ ਕਿਵੇਂ ਅਕਾਲੀ ਦਲ ਜਿਹੜੀ ਆ ਉਹ ਓਬਲਾਈਜ਼ ਕਰੇਗੀ, ਕਿਵੇਂ ਪੰਥਕ ਸਪੇਸ ਦੇ ਵਿੱਚ ਰੱਖੇਗੀ? ਸਾਡਾ ਵੱਡੀ ਐਗਜ਼ਾਮਪਲ ਤਾਂ ਨਹੀਂ ਹੈ ਕਿ ਮੈਂ ਇਸ ਸੰਘਰਸ਼ ਵਿੱਚੋਂ ਆਇਆ, ਮੈਂ ਨਾਮੀ ਪਰਿਵਾਰ ਵਿੱਚੋਂ ਆਇਆ। ਮੇਰੇ ਫਾਦਰ ਸਾਹਿਬ ਨੂੰ ਪਦਮ ਭੂਸ਼ਣ ਮਿਲਿਆ, ਗ੍ਰੀਨ ਰੈਵੋਲੂਸ਼ਨ ਵਿੱਚ ਉਹਨਾਂ ਦਾ ਪਾਰਟ ਸੀਗਾ, ਉਹਦੇ ਕਰਕੇ ਡਾਕਟਰ ਖੇਪ ਸਿੰਘ ਗਿੱਲ ਨੂੰ, ਜਿਹੜੇ ਫਾਦਰ ਸਾਹਿਬ, ਉਹਨਾਂ ਨੂੰ ਮਿਲਿਆ ਕਿ ਇਹ ਕਦੀ ਮੇਰੇ ਨਾਲ ਆ ਕੇ ਖੜੇ। ਮੈਂ ਆਪਣਾ ਕੇਸ ਆਪਣੇ ਬਲਬੂਤੇ ਤੇ ਲੜਿਆ, ਸਿੱਖ ਸੰਗਤ ਦੀ ਸਪੋਰਟ ਨਾਲ ਲੜਿਆ। ਮੇਰਾ 30-40 ਲੱਖ ਰੁਪਇਆ ਦਿੱਲੀ ਕੋਟਾਂ ਵਿੱਚ ਲੱਗਿਆ, $1 ਬਿਲੀਅਨ ਮੇਰਾ ਅਮਰੀਕਾ 'ਚ ਲੱਗਿਆ, ਪਰ ਸਿੱਖ ਸੰਗਤ ਨੂੰ ਉੱਥੇ ਐਸਜੀਪੀਸੀ ਜਾਂ ਡੀਜੀਪੀਸੀ ਕਿਤੇ ਨਹੀਂ। ਜਦ ਕਿ ਦਿੱਲੀ ਸੰਗਤ ਦੇ ਜਿਹੜੇ ਹੋਟਲ, ਜਿਹੜੇ ਬਿਜ਼ਨਸਮੈਨ ਨੇ, ਉਹ ਮੈਨੂੰ ਇਹ ਕਹਿ ਰਹੇ ਨੇ ਅੱਜ ਕਿ ਜੇ ਤੁਸੀਂ ਇਹ ਇਸ ਤਰ੍ਹਾਂ ਦੇ ਕਦਮ ਨਾ ਚੱਕਦੇ ਤਾਂ ਅਸੀਂ ਆਪਣੇ ਬਿਜ਼ਨਸ ਤੱਕ ਵੀ ਜਾਣ ਦੀ ਸਾਡੇ ਕੋਲ ਹਿੰਮਤ ਨਹੀਂ ਸੀ, ਅਸੀਂ ਆਪਣੇ ਘਰਾਂ ਚੋਂ ਨਿਕਲ ਨਹੀਂ ਸੀ। ਤੁਸੀਂ ਮੈਨੂੰ ਬੜਾ ਸਹੀ ਸਵਾਲ ਉਠਾਇਆ ਕਿ ਸਿੱਖ ਸੰਘਰਸ਼ ਦੇ ਪੀੜਤ ਇੱਥੇ ਨੌਜਵਾਨ ਹੈਗੇ ਨੇ। ਹੁਣ ਤਾਂ ਨੌਜਵਾਨ ਨਹੀਂ, ਹੁਣ ਤਾਂ ਬਿਰਧ ਅਵਸਥਾ 'ਚ ਆ ਗਏ। ਕਦੀ ਐਸਜੀਪੀਸੀ ਨੇ ਉਹਨਾਂ ਵੱਲ ਕਦਮ ਉਠਾਇਆ? ਇਹਨਾਂ ਨੇ ਅੱਜ ਜਟਾਣੇ ਦੀ ਫੋਟੋ ਲਾਉਣੀ ਚਾਹੀਦੀ। ਜਦੋਂ ਮੂਸੇਵਾਲੇ ਦਾ ਗੀਤ ਆਇਆ, ਕਦੀ ਜਟਾਣੇ ਦੇ ਪਰਿਵਾਰ ਦਾ ਹਾਲ ਚਾਲ ਪੁੱਛਿਆ? ਇਹਨੂੰ ਅੱਜ ਕਹਿੰਦੇ ਪਾਣੀ ਦਾ ਰਾਖਾ। ਉਹਦੇ ਪਰਿਵਾਰ ਬਾਰੇ ਜਾ ਕੇ ਜਾਣ, ਅੱਜ ਵੀ ਉਹਦਾ ਪਰਿਵਾਰ, ਉਹਦੇ ਬੱਚਿਆਂ ਨੂੰ ਕਿਵੇਂ ਪੜ੍ਹਾਇਆ? NRI ਕੋਈ ਕੈਨੇਡਾ 'ਚ ਬੈਠਾ ਸੀਗਾ, ਉਹਨੇ ਉਹਦੇ ਪਰਿਵਾਰ ਦੀ ਮਦਦ ਕੀਤੀ, ਉਹਦੇ ਬੱਚੇ ਪੜ੍ਹਾਏ। ਤੁਸੀਂ ਕਿੱਥੇ ਸੀ? ਹੁਣ ਤੁਹਾਡੇ ਤੇ ਅਸੀਂ ਵਿਸ਼ਵਾਸ ਕਿਵੇਂ ਕਰ ਲਈਏ ਕਿ ਤੁਸੀਂ ਸਾਡੇ ਬੰਦੀ ਸਿੰਘਾਂ ਬਾਰੇ ਸੰਗੀਤ ਸੋਚ ਲੈ ਕੇ, ਸੀਰੀਅਸ ਸੋਚ ਲੈ ਕੇ ਚੱਲ ਰਹੇ? ਇਹ ਵੈਰੀ ਸੀਰੀਅਸ ਕੁਐਸਚਨ ਹੈ। ਇੱਥੇ ਕਰਮਜੀਤ ਸਿੰਘ ਵਰਗੇ ਸਨਾਮ 'ਚ ਬੈਠਾ, ਉਹਨੇ ਊਧਮ ਸਿੰਘ ਦਾ, ਸ਼ਹੀਦ ਊਧਮ ਸਿੰਘ ਦਾ ਇਤਿਹਾਸ ਦੁਹਰਾਇਆ ਸੀ। ਉਹਨੇ ਰਾਜੀਵ ਗਾਂਧੀ ਤੇ ਗੋਲੀਆਂ ਮਾਰੀਆਂ ਸੀ। ਅੱਜ ਉਹ ਸਿੱਖਿਆ ਦੀ ਸੰਸਥਾ ਚਲਾ ਰਿਹਾ। ਕਦੀ ਐਸਜੀਪੀਸੀ ਨੇ ਉਹਦੇ ਨਾਲ ਕੋਈ ਸੰਪਰਕ ਕੀਤਾ? ਇੱਦਾਂ ਦੇ ਮੈਂ ਤੈਨੂੰ ਬਹੁਤ ਦੱਸ ਦੂੰਗਾ ਜਿਨ੍ਹਾਂ ਨੇ ਕਟਿਆਲ ਮਾਰਿਆ ਯੂਪੀ 'ਚ, ਕਾਨਪੁਰ ਜਿੱਥੇ ਸਾਰਿਆਂ ਨਾਲੋਂ ਵੱਡੇ ਸਿੱਖਾਂ ਦਾ ਕਤਲੇਆਮ ਹੋਇਆ, ਉਸ MLA ਨੂੰ ਲਲਕਾਰ ਕੇ ਆਪਣੇ ਸਿੱਖ ਨੌਜਵਾਨਾਂ ਨੇ ਮਾਰਿਆ ਸੀ। ਉਹ ਸੈਸ਼ਨ ਜੱਜ ਦਾ ਮੁੰਡਾ ਸੀ, ਇੱਕ ਸੈਸ਼ਨ ਜੱਜ ਦਾ ਮੁੰਡਾ ਸੀਗਾ, ਜਿਹੜਾ ਕਿ ਡਿਸਟ੍ਰਿਕਟ ਸੈਸ਼ਨ ਜੱਜ ਦਾ ਮੁੰਡਾ। ਤੁਸੀਂ ਇਹ ਨਾ ਸੋਚੋ ਕਿ ਸਿੱਖਾਂ 'ਚ ਸਿੱਖ ਮੁੱਕ ਗਏ, ਸਿੱਖਾਂ ਨੂੰ ਪਛਾਣਨ ਵਾਲੀਆਂ ਪਾਰਟੀਆਂ ਮੁੱਕ ਗਈਆਂ। ਇਹਨਾਂ ਨੇ ਸਮਝਿਆ ਨਹੀਂ ਕਿ ਸਾਡੀ ਨੌਜਵਾਨੀ ਕਿੱਥੇ ਖੜੀ ਹੈ। ਅੱਜ ਵੀ ਉਹੀ ਖਲਾ ਹੈਗਾ। ਦੀਪ ਸਿੱਧੂ ਨਹੀਂ, ਕੌਣ ਆ ਮੂਸੇਵਾਲਾ?
ਇਹਨਾਂ ਦੀ ਕੀ ਦੇਣ ਆ ਪੰਜਾਬ ਨੂੰ। ਸਾਡੇ ਕੋਲ ਤਾਂ ਉਹ ਬੰਦੇ ਮੌਜੂਦ ਨੇ ਜਿਨ੍ਹਾਂ ਨੇ ਖਟਿਆਲ ਆਗਿਆ ਨੂੰ ਕਾਨ ਪਰ ਜਾ ਕੇ ਮਾਰਿਆ। ਉਹ ਮਾਰਿਆ ਤਾਂ ਸੀਗਾ ਕਿ ਸਾਡੇ ਇਹਨਾਂ ਨੇ ਸਾਡੀ ਪੱਤ ਨੂੰ ਹੱਥ ਪਾਇਆ ਸੀ। ਇਸ ਚੀਜ਼ ਦਾ ਸਮਝਣਾ ਪਊ। ਕੁੱਕੀ ਗਿੱਲ ਜੀ, ਤੁਸੀਂ ਸਿੱਧੂ ਮੂਸੇਵਾਲੇ ਦਾ ਵਿੱਚ ਨਾਮ ਲਿਆ। ਆਪਾਂ ਪਿੱਛੇ ਜੇ ਦੇਖਿਆ ਵੀ ਆ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅੰਡਰ ਦ ਲੀਡਰਸ਼ਿਪ ਆਫ ਸਿਮਰਨਜੀਤ ਸਿੰਘ ਮਾਨ, ਉਹਨਾਂ ਨੇ ਤਾਂ ਦੀਪ ਸਿੱਧੂ ਨੂੰ ਵੀ ਸ਼ਹੀਦ ਦਾ ਦਰਜਾ ਮੈਨੂੰ ਤਾਂ ਲੱਗਦਾ ਆਪਣੇ ਵੱਲੋਂ ਦੇ ਦਿੱਤਾ ਹੈ। ਪਰ ਇੱਥੇ ਆਪਣਾ ਸਵਾਲ ਮੇਰਾ ਤੁਹਾਡੇ ਵੱਲ ਇਹ ਹੈ, ਕੁਝ ਕਹਿਣਾ ਚਾਹੋਗੇ ਤੁਸੀਂ ਇਹਦੇ ਤੇ? ਮੈਂ ਮਨਵੀਰ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਇੰਡੀਅਨ ਆਰਮੀ ਆ ਨਾ, ਜਿਹੜਾ ਇੰਡੀਅਨ ਆਰਮੀ ਦਾ ਲਿਖਿਆ ਹੋਇਆ ਸੰਵਿਧਾਨ ਆ, ਉਹਦੇ ਵਿੱਚ ਜਿਹੜੇ ਵਾਰ ਕੈਜ਼ੁਅਲਟੀਜ਼ ਵੀ ਹੋ ਜਾਂਦੀਆਂ ਨਾ, ਉਹਨਾਂ ਨੂੰ ਇਹ ਸ਼ਹੀਦ ਨਹੀਂ ਮੰਨਦੇ। They recognize them as combatants of war. They don't recognize them as a ਸ਼ਹੀਦ। ਇਹ ਬੇਸ਼ੱਕ ਸਿਮਰਨਜੀਤ ਮਾਨ ਜਾ ਕੇ ਪੜ੍ਹ ਲੇ। ਜਿਹੜਾ ਦੀਪ ਸਿੱਧੂ ਦਾ ਕਹਿ ਰਿਹਾ ਹੈ, ਉਹਦੀ ਜਿਹੜੀ ਉਹਦੇ ਨਾਲ ਬੈਠੀ ਸੀਗੀ ਰੀਨਾ ਰਾਏ, ਉਹਦਾ ਮੇਰੇ ਨਾਲ ਡਾਇਰੈਕਟ ਗੱਲਬਾਤ ਨਹੀਂ ਹੋਈ, ਪਰ ਮੈਨੂੰ ਇਨਡਾਇਰੈਕਟਲੀ ਉਹਦੇ ਸੁਨੇਹੇ ਆਏ ਆ ਕਿ ਸਾਡਾ ਐਕਸੀਡੈਂਟ ਹੋਇਆ। ਇਹ ਐ ਸ਼ਹੀਦ ਬਣਾ ਦੇਣਗੇ ਸਿਮਰਨਜੀਤ ਮਾਨ ਨੂੰ? ਇਹ ਤਾਂ ਫਿਰ ਸਰਾਏ ਨਾਗੇ ਨੂੰ ਸ਼ਹੀਦ ਬਣਾ ਦੇਣਗੇ। ਸਰਾਏ ਨਾਗੇ ਵਾਲੇ ਅੱਜ ਬੰਦੇ ਬੋਲ ਰਹੇ ਆ ਕਿ ਸਾਡੀਆਂ ਅੱਖਾਂ ਵੀ ਬੰਨੀਆਂ ਹੋਈਆਂ, ਸਾਡੀਆਂ ਬਾਹਾਂ ਵੀ ਬੰਨੀਆਂ ਹੋਈਆਂ ਸੀ, ਸਾਡੀਆਂ ਲੱਤਾਂ ਵੀ ਬੰਨੀਆਂ ਹੋਈਆਂ ਸੀ। ਇਹਨਾਂ ਦਾ ਸਿਮਰਨਜੀਤ ਸਿੰਘ ਮਾਨ ਦਾ ਪੁੱਤ ਨੂੰ ਇਹ ਨਹੀਂ ਪਤਾ ਕਿ ਗੁਰੂ ਅਰਜਨ ਦੇਵ ਕੌਣ ਆ ਤੇ ਗੁਰੂ ਅੰਗਦ ਦੇਵ ਕੌਣ ਆ। ਇਹਨਾਂ ਦਾ ਕੀ ਜਵਾਬ ਦੇਈਏ ਮਨਵੀਰ? ਚਲੋ ਵੈਸੇ ਉਹਨਾਂ ਨੇ ਮਾਫੀ ਮੰਗ ਕੇ ਗੱਲ ਸੌਰਟ ਆਊਟ ਕਰ ਲਈ। ਜ਼ਰੂਰ ਚੁਣ ਕੇ ਭੇਜਣਾ ਪੈਣਾ ਸੀ ਡਿਫਾਈਨਸ ਅਗੇਂਸਟ ਭਗਵੰਤ ਮਾਨ ਬਿਕੋਜ਼ ਆਫ ਹਿਸ ਇਨਗਵਰਨੈਂਸ ਇਨ ਪੰਜਾਬ। ਜੀ ਕੁੱਕੀ ਗਿੱਲ ਜੀ, ਮੈਂ ਇਹ ਵੀ ਜਾਣਨਾ ਚਾਹੂੰਗੀ, ਕਿਉਂਕਿ ਆਪਾਂ ਅੱਜ ਬੰਦੀ ਸਿੰਘਾਂ ਦੇ ਟੌਪਿਕ ਤੇ ਬਹੁਤ ਤੁਸੀਂ ਓਨੈਸਟ ਆਪਣੇ ਵਿਚਾਰ ਦਿੱਤੇ ਨੇ, ਕਿ ਸ਼੍ਰੋਮਣੀ ਅਕਾਲੀ ਦਲ ਸਿਮਰਨਜੀਤ ਸਿੰਘ ਮਾਨ ਵੱਲੋਂ ਬੰਦੀ ਸਿੰਘ ਨੂੰ ਚੁਣ ਕੇ ਇੱਕ ਬੰਦੀ ਸਿੰਘ ਜਗਤਾਰ ਸਿੰਘ ਹਵਾਰਾ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਆਪਣੇ ਵੱਲੋਂ ਇੱਕ ਲਾ ਦੇਣਾ, ਉਹਦੇ ਪਿਛਲੀ ਰਾਜਨੀਤੀ ਕੀ ਹੋ ਸਕਦੀ? ਉਹਨਾਂ ਦੀ ਮਨਸ਼ਾ ਕੀ ਸੀ? ਕੀ ਉਹ ਆਪਣੇ ਯੂਥ ਦੇ ਉੱਤੇ ਇਹੀ ਇਨਫਲੂਐਂਸ ਰੱਖਣਾ ਚਾਹੁੰਦੇ ਨੇ ਜਗਤਾਰ ਸਿੰਘ ਹਵਾਰਾ ਦੀ ਇਮੇਜ ਯੂਜ਼ ਕਰਕੇ, ਉਹਨਾਂ ਦਾ ਨਾਮ ਯੂਜ਼ ਕਰਕੇ, ਕਿ ਸੋ ਦੈਟ ਉਹ ਰੈਡੀਕਲਾਈਜੇਸ਼ਨ ਹੋਣ ਦੇ ਵਿੱਚ ਵੀ ਕਿਸੇ ਨੂੰ ਆਪਣਾ ਹੀਰੋ ਲੱਭਣ? ਮੇਰਾ ਹੈ ਜਗਤਾਰ ਹਵਾਰਾ ਨੂੰ ਜਥੇਦਾਰ ਲਾਉਣਾ ਗਲਤ ਸੋਚ। ਜਿਹੜਾ ਚੱਬੇ ਵਿੱਚ ਇਕੱਠ ਹੋਇਆ ਸੀ ਉਹ ਸਿੱਖ ਇੱਕ ਰੋਹ ਦਾ ਇਕੱਠ ਹੋਇਆ ਸੀ। ਉੱਥੇ ਰੋਹ ਇਕੱਠ ਹੋਇਆ ਸੀ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਦੇ ਬਰਾਬਰ ਇੱਕ ਆਪਾਂ ਨਵਾਂ ਸ਼੍ਰੋਮਣੀ ਅਕਾਲੀ ਦਲ ਬਣਾਈਏ। ਉਹਨਾਂ ਨੂੰ ਸਿਮਰਨਜੀਤ ਸਿੰਘ ਮਾਨ ਵਰਗਿਆਂ ਦੀ ਸੌੜੀ ਸੋਚ ਕਰਕੇ, ਨੈਗੇਟਿਵ ਥਾਟ ਕਰਕੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਕਿ ਜਦੋਂ ਸਿਮਰਨਜੀਤ ਸਿੰਘ ਮਾਨ ਨੂੰ ਪਹਿਲੀ ਵਾਰੀ ਮਿਲਣ ਆਇਆ 2004 ਚ ਆਫਟਰ ਮਾਈ ਰਿਲੀਜ਼, ਮੈਂ ਮੁੱਲਾਪੁਰ ਆਪਣੀ ਸਿਸਟਰ ਦੇ ਘਰੇ ਸੀਗਾ। ਉੱਥੇ ਮੈਨੂੰ ਮਿਲਣ ਆਇਆ। ਉੱਥੇ ਮੇਰੇ ਕੋਲ ਗਰੇਵਾਲ ਪਰਿਵਾਰ ਸੀਗਾ ਮੋਹੀ ਦਾ। ਜਦੋਂ ਸਿਮਰਨਜੀਤ ਸਿੰਘ ਮਾਨ ਦਾ ਨਾਂ ਆਇਆ ਕਿ ਉਹ ਆ ਰਿਹਾ ਮੈਨੂੰ ਮਿਲਣ, ਉਹ ਉੱਥੋਂ ਚਲੇ ਗਏ। ਮੈਨੂੰ ਬੜੀ ਹੈਰਾਨੀ ਹੋਈ ਵੀ ਉਹ ਉੱਥੋਂ ਕਿਉਂ ਚਲੇ ਗਏ। ਉਹ ਮਿਲ ਕੇ ਜਦੋਂ ਸਿਮਰਨਜੀਤ ਸਿੰਘ ਮਾਨ ਚਲਾ ਗਿਆ, ਇਹ ਮੇਰੇ ਕੋਲੇ ਇਲੈਕਸ਼ਨ ਦੀ ਪ੍ਰਪੋਜ਼ਲ ਲੈ ਕੇ ਆਏ ਸੀ। ਉਦੋਂ ਮੈਨੂੰ ਅਕਾਲੀ ਦਲ ਜਥੇਦਾਰ ਗੁਰਚਰਨ ਸਿੰਘ ਤੋੜਾ ਨੇ ਵੀ ਇਹ ਕਿਹਾ ਸੀ ਕਿ ਤੂੰ ਸਾਡੇ ਲਈ ਇਲੈਕਸ਼ਨ ਲੜ ਲੁਧਿਆਣੇ। ਮੈਂ MP, ਉਦੋਂ ਮੈਂਬਰ ਪਾਰਲੀਮੈਂਟ ਦੇ ਵਿੱਚ। ਮੈਂ ਕਿਹਾ ਜੀ ਮੈਂ ਹੁਣ ਬਾਹਰ ਆਇਆ, ਮੈਨੂੰ ਇਹ ਪਤਾ ਨਹੀਂ ਕਿ ਮੇਰਾ ਆਧਾਰ ਜਾਂ ਮੇਰੀ ਮਾਂ ਉਦੋਂ ਕੈਂਸਰ ਪੇਸ਼ੈਂਟ ਸੀਗੀ, ਸ਼ੀ ਵਾਸ ਟਰਮੀਨਲੀ ਇਲ, ਉਹ ਮਰਨ ਦੇ ਕਿਨਾਰੇ ਸੀ। ਮੈਂ ਕਿਹਾ ਜੀ ਮੈਂ ਨਹੀਂ ਇਲੈਕਸ਼ਨ ਲੜਨੀ। ਵੀ ਤੁਸੀਂ ਠੀਕ ਆ, ਮਾਨ ਸਿਮਰਨਜੀਤ ਮਾਨ ਨੇ ਵੀ ਮੈਨੂੰ ਇਹ ਕਿਹਾ ਸੀ ਵੀ ਤੂੰ ਸਾਡੇ ਵੱਲੋਂ ਇਲੈਕਸ਼ਨ ਲੜ, ਅਸੀਂ ਤੈਨੂੰ ਯੂਨੈਨਿਮਸਲੀ ਸਪੋਰਟ ਕਰਾਂਗੇ। ਮੈਂ ਕਿਹਾ ਮੈਂ ਨਹੀਂ ਲੜਨੀ। ਕਾਂਗਰਸ ਵਿੱਚੋਂ ਮੈਨੂੰ ਸ਼ੀਲਾ ਦੀਕਸ਼ਿਤ ਤੋਂ ਵੀ ਮੈਸੇਜ ਆਇਆ ਸੀਗਾ, ਸ਼ੀਵਾ ਮਿਨਿਸਟਰ ਦਿੱਲੀ, ਕਿ ਤੂੰ ਇਲੈਕਸ਼ਨ ਨਾ ਲੜੀ, ਅਸੀਂ ਤੇਰਾ ਕੇਸ ਕੰਸੀਡਰ ਕਰ ਰਹੇ ਹਾਂ। ਮੈਨੂੰ ਇਹ ਨਹੀਂ ਸੀਗਾ ਕਿ ਮੈਨੂੰ ਉਹ ਛੱਡਣਗੇ ਜਾਂ ਨਹੀਂ ਛੱਡਣਗੇ, ਪਰ ਆਈ ਵਾਜ਼ ਨਾਟ ਪ੍ਰੀਪੇਅਰਡ। ਕਿ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਗਰਾਊਂਡ ਰਿਐਲਿਟੀ ਕੀ ਆ। ਇਸ ਲਈ ਜਦ ਤੱਕ ਗਰਾਊਂਡ ਰਿਐਲਿਟੀ ਦਾ ਪਤਾ ਨਾ ਹੋਵੇ ਇਸ਼ੂ ਨਹੀਂ ਹੁੰਦੇ। ਪਰ ਇਹ ਸਿਮਰਨਜੀਤ ਮਾਨ ਜਦੋਂ ਇਹ ਆਇਆ, ਉਹ ਪਰਿਵਾਰ ਚਲਾ ਗਿਆ। ਜਦੋਂ ਇਹ ਮੈਨੂੰ ਮਿਲ ਕੇ ਗਿਆ, ਉਹ ਪਰਿਵਾਰ ਵਾਪਸ, ਮੈਂ ਉਹਨਾਂ ਨੂੰ ਵਾਪਸ ਬੁਲਾਇਆ। ਮੈਂ ਗਰੇਵਾਲ ਪਰਿਵਾਰ ਸੀ, ਉਹਨਾਂ ਦਾ ਨਾਮੀ ਹੋਟਲ ਸੀਗਾ ਕੈਲਕਟਾ ਦੇ ਵਿੱਚ।
ਉਹ ਕਹਿੰਦੇ ਇਹਨਾਂ ਕਰਕੇ ਸਾਡੇ ਹੋਟਲ ਢਹਿ ਆ, ਇਹਨਾਂ ਦੀਆਂ ਵਾਹ-ਯਾਦ ਗੱਲਾਂ ਕਰਕੇ ਸਾਡੇ ਹੋਟਲ ਢਹਿ ਆ। ਇਹ ਮੁੜ ਕੇ ਨੇਪਾਲ ਦੇ ਬਾਰਡਰ ਤੋਂ ਫੜੇ ਗਏ ਇੱਕ ਛੋਟੇ ਜਿਹੇ ਹੌਲਦਾਰ, ਜਦ ਕਿ ਸਾਨੂੰ ਚਿੱਠੀਆਂ ਲਿਖਦੇ ਸੀ ਕਿ ਮੇਰੇ ਕੋਲ ਚਿੱਠੀ ਸੀਗੀ ਸਿਮਰਨਜੀਤ ਮਾਨ ਦੇ ਰਾਮ ਸਿੰਘ ਦੀ, ਭਾਈ ਰਾਮ ਸਿੰਘ ਦੀ ਲਿਖੀ ਹੋਈ ਕਿ ਸਾਨੂੰ ਬਾਰਡਰ ਟਪਾ ਦਿਓ ਪਾਕਿਸਤਾਨ ਦਾ। ਅਸੀਂ ਕਿਹਾ ਸੀ ਟਪਾ ਦਾਂਗੇ, ਬਿਕੋਜ਼ ਆਈ ਵਾਸ ਐਕਟਿਵ ਐਟ ਦੈਟ ਟਾਈਮ। ਇਹਨਾਂ ਨੇ ਮਨਵੀਰ ਇਹ ਜੋ ਦ੍ਰਿਸ਼ ਦਿਖਾ ਰਹੇ ਨੇ, ਇਹਨਾਂ ਨੇ ਹੱਥ ਬੰਨ੍ਹ ਕੇ ਅੱਖਾਂ ਬੰਨ੍ਹ ਕੇ ਐਨਕਾਊਂਟਰ ਕੀਤੇ ਨੇ। ਇਹ ਅੱਜ ਠੋਕੇ ਨਾਰੇ ਨਾ ਲਾਉਣ, ਪਹਿਲੇ ਆਪਣਾ ਇਤਿਹਾਸ ਨੂੰ ਠੀਕ ਕਰ ਲੈਣ। ਇਹ ਕਹਿੰਦੇ ਆ ਕਿ ਸਾਡੇ ਨਾਨੇ ਨੇ ਆਪਣਾ ਸਰੋਪਾ ਦੇ ਕੇ ਬੰਬਾਰੀ ਰੋਕ ਲਈ। ਇਹ ਅਪ੍ਰੈਲ 14 1919 ਦਾ ਇਤਿਹਾਸ ਪੜ੍ਹ ਲੈਣ ਕਿ ਬੰਬਾਰੀ ਹੋਈ ਆ ਗੁਜਰਾਂਵਾਲਾ ਦੇ ਆਲੇ ਦੁਆਲੇ 3 ਥਾਵਾਂ ਤੇ ਬੰਬਾਰੀ ਹੋਈ ਆ, ਬੰਬ ਸੁੱਟੇ ਗਏ ਆ, ਮਸ਼ੀਨ ਗਨਾਂ ਐਰੋਪਲੇਨਸ ਤੋਂ ਫਾਇਰਿੰਗ ਹੋਈ ਆ। ਉਹਦਾ ਜਵਾਬ ਦੇ ਰਹੇ। ਰਣਜੀਤ ਸਿੰਘ ਕੁੱਕੀ ਗਿੱਲ ਜੀ, ਆਖਰੀ ਸਵਾਲ। ਤੁਸੀਂ ਵੀ ਅੱਜ ਕਿਸੇ ਆਪਣੇ ਪਰਿਵਾਰ ਦੇ ਨਾਲ ਪ੍ਰੋਗਰਾਮ 'ਚ ਆਏ ਹੋਏ ਆ, ਟਾਈਮ ਤਾਂ ਫਿਰ ਵੀ ਮੈਂ ਉਹਨਾਂ ਲੈ ਹੀ ਲਿਆ, ਤੁਹਾਡੇ ਤੋਂ ਨਿਕਲਵਾ ਲਿਆ। ਆਖਰੀ ਸਵਾਲ, ਅਕਾਲੀ ਦਲ ਦੀ ਇਹ ਜਿਹੜੀ ਡੁਬੀਅਸ ਅਪਰੋਚ ਹੈ, ਉਹਨਾਂ ਦੀ ਇਹ ਸੌੜੀ ਸਿਆਸਤ ਹੈ, ਤੁਹਾਨੂੰ ਨਹੀਂ ਲੱਗਦਾ ਕਿ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੋਂ ਵੀ ਲੋਕਾਂ ਦੀ ਸਿੰਪਥੀ ਦੂਰ ਕਰ ਰਹੇ ਆ, ਉਹਨਾਂ ਦੇ ਮੁੱਦੇ ਨੂੰ ਵੀਕ ਕਰ ਰਹੇ ਆ? ਮੇਰਾ ਖਿਆਲ ਜੋ ਬੀਬੀ ਹਰਸਿਮਰਤ ਕੌਰ ਬਾਦਲ ਨੰਨੀ ਛਾਂ ਕਰਕੇ ਜਾਣੀ ਜਾਂਦੀ ਆ, ਉਹਨੂੰ ਆਪਣੇ ਕਾਰਜਕਾਲ 'ਚ ਝਾਤ ਮਾਰ ਲੈਣੀ ਚਾਹੀਦੀ ਆ। ਬਾਦਲ ਪਰਿਵਾਰ ਨੂੰ ਵੀ ਆਪਣਾ ਪਿਛੋਕੜ ਸਮਝ ਲੈਣਾ ਚਾਹੀਦਾ ਕਿ ਜੇ ਬਾਬਾ ਬੂਝਾ ਸਿੰਘ ਵਰਗੇ ਦਾ ਕਤਲ ਇਹਨਾਂ ਦੀ ਸਰਕਾਰ ਦੌਰਾਨ ਪੁਲਿਸ ਐਨਕਾਊਂਟਰ ਹੋਇਆ ਸੀ 1970, ਉਹਦੇ ਬਾਰੇ ਸਮੀਖਿਆ ਕਰ ਲੈਣੀ ਚਾਹੀਦੀ। ਇਹਨਾਂ ਦਾ ਸਮਾਂ ਹੁਣ ਪੁੱਗ ਗਿਆ। ਇਹਨਾਂ ਦੇ ਕਿਹਾਂ ਤੇ ਬੰਦੀ ਸਿੰਘ ਰਿਹਾ ਨਹੀਂ ਹੋਏ। ਇਹ ਲੀਗਲ ਪ੍ਰੋਸੈਸ ਆ। SGPC ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ ਆਪ ਸੰਬੰਧਾਂ ਵਿੱਚ ਘਿਰੀ ਹੋਈ ਆ, ਉਹਨਾਂ ਨੂੰ ਲੀਗਲ ਐਡਵਾਈਸ ਲੈਣੀ ਚਾਹੀਦੀ ਆ। ਲੀਗਲ ਐਡਵਾਈਸ ਦੇ ਰਾਹੀਂ ਉਸ ਪ੍ਰੋਸੈਸ ਨੂੰ ਅਪਣਾਉਣਾ ਚਾਹੀਦਾ। ਇਹ ਕਹਿ ਦਿਓ ਕਿ ਬਾਦਲ ਪਰਿਵਾਰ ਜਾਂ ਬੀਬੀ ਹਰਸਿਮਰਤ ਕੌਰ ਬਾਦਲ ਹੁਣ ਪਾਰਲੀਮੈਂਟ ਵਿੱਚ ਸਿੱਖਾਂ ਦੇ ਮੁੱਦੇ ਉਠਾ ਕੇ ਆਪਣੇ ਆਪ ਨੂੰ ਦੁਬਾਰਾ ਰਿਜੂਵੀਨੇਟ ਕਰ ਲੈਣਗੇ, ਇਹ ਹੋਣਾ ਨਹੀਂ। ਇਹਨਾਂ ਨੂੰ ਆਪਣਾ ਪਿੱਛਾ ਝਾਤ ਮਾਰਨੀ ਚਾਹੀਦੀ ਕਿ ਕੀ ਨੰਨੀ ਸ਼ਾਹ ਪੰਜਾਬ 'ਚ ਵਸੀ। ਅੱਜ ਵੀ ਮਨਵੀਰ ਯੂ ਬੀਇੰਗ ਏ ਗਰਲ, ਅੱਜ ਵੀ ਕੋਈ ਲੋਹੜੀ ਨਹੀਂ ਮਨਾਉਂਦਾ ਕੁੜੀ ਦੀ। ਮੈਂ ਮਨਾਈ ਹੈ। ਮੈਂ ਆਪਣੀ, ਮੇਰੇ ਕੋਲ ਇੱਕੋ ਕੁੜੀ ਆ, ਮੇਰੇ ਕੋਲ ਅੱਜ ਵੀ ਲੋਕੀ ਕਹਿੰਦੇ ਕਿ ਤੂੰ ਯਾਰ ਤੇਰਾ ਇੱਕ ਬੇਟਾ ਹੋਣਾ ਚਾਹੀਦਾ। ਮੈਂ ਕਿਹਾ ਮੇਰੀ ਬੇਟੀ ਆ, ਮੇਰੀ ਬੇਟੀ ਬੇਟਾ। ਇਸ ਚੀਜ਼ 'ਤੇ ਆਪਾਂ ਨੂੰ ਮਾਣ ਕਰਨਾ ਚਾਹੀਦਾ। ਐਵੇਂ ਝੂਠੇ ਨਾਰਿਆਂ 'ਚ ਨੰਨੀ ਸ਼ਾਮਾਂ ਨਾਲ ਕੁਛ ਨਹੀਂ ਬਣਨਾ। ਮੈਨੂੰ ਮਾਣ ਆ ਗਨੀਲ ਕੌਰ ਗਿੱਲ ਮੇਰੀ ਬੇਟੀ ਆ, ਤੇ ਮੈਂ ਉਸ ਚੀਜ਼ 'ਤੇ ਮਾਣ ਕਰਦਾ। ਆਪਾਂ ਬੇਟੀ ਬੇਟੇ ਦਾ ਫਰਕ ਨਾ ਛੱਡੋ, ਆਪਣਾ ਪੰਜਾਬ ਵਸਾਰੋ। ਆਪਣਾ ਪੰਜਾਬ ਅੱਜ ਇਹਨਾਂ ਨੇ ਭਗਵੰਤ ਮਾਨ ਚੀਫ ਮਿਨਿਸਟਰ ਨੇ ਗਿਰਵੀ ਰੱਖਤਾ ਰਾਘਵ ਚੱਡਿਆ ਗਏ। ਇਹਨਾਂ ਤੋਂ ਆਪਾਂ ਨੂੰ ਆਜ਼ਾਦ ਕਰਾਉਣਾ ਪੈਣਾ। ਦੈਟਸ ਮਾਈ ਲਾਸਟ ਥਾਟ। ਉਹ ਕਹਿੰਦੇ ਹੁੰਦੇ ਆ ਨਾ ਕਿ ਐਸਾ ਨਹੀਂ ਆ ਨਾ ਸਮਝਦਾ ਰਾਘਵ ਚੱਡੇ ਹੋਣੀ, ਸਾਡੇ ਕੱਦ ਘਟ ਗਏ, ਅਸੀਂ ਚਾਦਰ ਨੂੰ ਦੇਖ ਕੇ ਵੈਸੇ ਹੀ ਆਪਣੇ ਕਦਮ ਜਿਹੜੇ ਸੀਗੇ ਉਹ ਸੀਮਤ ਕੀਤੇ ਹੋਏ ਸੀ। ਪਰ ਇਹ ਨਾ ਸਮਝੋ ਕਿ ਸਾਡੇ ਉਹ ਕਦਮ ਉਹ ਚਾਦਰ ਚੋਂ ਬਾਹਰ ਨਿਕਲ ਨਹੀਂ ਸਕਦੇ। ਥੈਂਕ ਯੂ ਸੋ ਮਚ ਸਰ। ਕਾਫੀ ਸਵਾਲ ਜਿਹੜੇ ਸੀਗੇ ਅਨਆਨਸਰਡ, ਉਹਨਾਂ ਦਾ ਜਵਾਬ ਤੁਸੀਂ ਕਲੀਅਰ ਕੀਤਾ। ਸਿੱਖ ਮਨਾਂ ਦੇ ਵਿੱਚ, ਪੰਜਾਬੀ ਲੋਕ ਮਨਾਂ ਦੇ ਉਹ ਸਵਾਲਾਂ ਦੇ ਜਵਾਬ ਦਿੱਤੇ। ਥੈਂਕ ਯੂ ਸੋ ਮਚ। ਮਿਲਦੇ ਹਾਂ ਨੈਕਸਟ ਸੈਟਰਡੇ ਤੁਹਾਨੂੰ। ਥੈਂਕ ਯੂ ਫॉर द ਟਾਈਮ। ਥੈਂਕ ਯੂ।